Dear students, today we will read lesson number 8, a short monsoon diary. Do you know what a diary is? It is a record of personal experiences written day after day over a long period of time. ਡਾਇਰੀ ਹੁੰਦੀ ਆ ਜਦੋਂ ਆਪਾਂ ਰਿਕਾਰਡ ਬਣਾਉਂਦੇ ਆ ਆਪਣੀ ਲਾਈਫ ਦੇ ਵਿੱਚ ਕੀਤੇ ਗਏ ਕੰਮਾਂ ਦਾ। ਹਰ ਰੋਜ਼ ਜੋ ਵੀ ਅਸੀਂ ਕੰਮ ਕਰਦੇ ਹਾਂ ਉਹਨੂੰ ਇੱਕ ਡਾਇਰੀ ਦੇ ਵਿੱਚ ਲਿਖਦੇ ਰਹਿੰਦੇ ਹਾਂ ਅਤੇ ਉਹ ਕਾਫੀ ਟਾਈਮ ਤੱਕ ਆਪਾਂ ਇੱਦਾਂ ਹੀ ਪ੍ਰੋਸੈਸ ਜਾਰੀ ਰੱਖਦੇ ਹਾਂ ਅਤੇ ਲਾਸਟ ਦੇ ਵਿੱਚ ਉਹਨੂੰ ਆਪਾਂ ਇੱਕ ਡਾਇਰੀ ਦਾ ਨਾਮ ਦੇ ਦਿੰਦੇ ਹਾਂ। You can also use a diary to note down things you plan to do immediately or in future. ਤੁਸੀਂ ਰੋਜ਼ ਜਿਹੜੇ ਕੰਮ ਕਰਦੇ ਹੋ ਉਹਨਾਂ ਨੂੰ ਪਲਾਨ ਕਰਨ ਦੇ ਲਈ ਵੀ ਡਾਇਰੀ ਯੂਜ਼ ਕਰ ਸਕਦੇ ਹੋ। ਚਾਹੇ ਤੁਸੀਂ ਉਹ ਕੰਮ ਅੱਜ ਹੀ ਕਰਨੇ ਨੇ ਜਾਂ ਫਿਰ ਆਉਣ ਵਾਲੇ ਫਿਊਚਰ ਦੇ ਵਿੱਚ ਕਰਨੇ ਆ, ਉਹਨਾਂ ਕੰਮਾਂ ਦੇ ਲਈ ਵੀ ਡਾਇਰੀ ਨੂੰ ਯੂਜ਼ ਕੀਤਾ ਜਾ ਸਕਦਾ। ਵਨ ਆਫ ਦ ਮੋਸਟ ਫੇਮਸ ਡਾਇਰੀਜ਼ ਪਬਲਿਸ਼ਡ ਐਜ਼ ਅ ਬੁੱਕ ਇਜ਼ ਡਾਇਰੀ ਆਫ ਐਨੀ ਫਰੈਂਕ। ਦੁਨੀਆ ਦੀ ਸਭ ਤੋਂ ਜਿਹੜੀ ਫੇਮਸ ਡਾਇਰੀ ਰਹੀ ਆ ਉਹ ਹੈ ਮਿਸ ਐਨੀ ਫਰੈਂਕ ਦੀ ਡਾਇਰੀ, ਜਿਹੜੀ ਕਿ ਉਹਨੇ ਲਿਖੀ ਸੀ ਅਤੇ ਬਾਅਦ ਵਿੱਚ ਉਹਨੂੰ ਐਜ਼ ਅ ਬੁੱਕ ਪਬਲਿਸ਼ ਵੀ ਕਰਵਾਇਆ ਸੀ। ਅਤੇ ਆਪਾਂ ਅੱਜ ਪੜ੍ਹਾਂਗੇ ਰਸ਼ਕਿਨ ਬੌਂਡ ਦੀ ਡਾਇਰੀ ਦੇ ਵਿੱਚੋਂ ਥੋੜ੍ਹਾ ਜਿਹਾ ਹਿੱਸਾ, ਜਿਹਦੇ ਵਿੱਚ ਉਹਨੇ ਨੇਚਰ ਦੇ ਮਿਰੇਕਲਸ ਨੂੰ ਐਕਸਪਲੇਨ ਕੀਤਾ ਆ ਅਤੇ ਲਾਈਫ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਐਕਸਪਲੇਨ ਕੀਤਾ ਆ। ਓਕੇ, ਸੋ ਫਸਟ ਪਾਰਟ ਆਪਾਂ ਸਟਾਰਟ ਕਰਦੇ ਹਾਂ, ਜਿਹੜਾ ਕਿ ਜੂਨ 24 ਨੂੰ ਲਿਖਿਆ ਗਿਆ ਵਾ। The first day of monsoon mist, it's strange how all the birds fall silent as the mist climbs up the hills. ਕਿ ਮੌਨਸੂਨ ਦਾ ਪਹਿਲਾ ਦਿਨ ਹੈ ਅਤੇ ਧੁੰਦ ਛਾਈ ਹੋਈ ਹੈ। ਬਹੁਤ ਹੀ ਅਜੀਬ ਘਟਨਾ ਹੋਈ ਹੈ ਕਿ ਸਾਰੇ ਦੇ ਸਾਰੇ ਪੰਛੀ ਜਿਹੜੇ ਆ ਉਹ ਬਿਲਕੁਲ ਸਾਇਲੈਂਟ ਹੋ ਗਏ ਆ ਅਤੇ ਸਾਰੀਆਂ ਪਹਾੜੀਆਂ ਦੇ ਉੱਪਰ ਧੁੰਦ ਜਿਹੜੀ ਆ ਉਹ ਛਾ ਚੁੱਕੀ ਹੈ। Perhaps that's what makes the mist so melancholy. ਕਿ ਵੈਸੇ ਤਾਂ ਉਹਨੂੰ ਧੁੰਦ ਬਹੁਤ ਪਸੰਦ ਹੈ, ਪਰ ਇਹੀ ਗੱਲ ਧੁੰਦ ਦੇ ਬਾਰੇ 'ਚ ਉਹਨੂੰ ਬਹੁਤ ਜ਼ਿਆਦਾ ਸੈਡ ਲੱਗਦੀ ਹੈ। melancholy ਦਾ ਮਤਲਬ ਹੁੰਦਾ ਆ ਸੈਡ, ਕਿ ਉਹਨੂੰ ਇਹੀ ਚੀਜ਼ ਸਭ ਤੋਂ ਜ਼ਿਆਦਾ ਬੁਰੀ ਲੱਗਦੀ ਹੈ ਕਿ ਧੁੰਦ ਆਉਣ ਦੇ ਨਾਲ ਚਾਰੇ ਪਾਸੇ ਜਿਹੜੀ ਆ ਪਹਾੜੀਆਂ ਨੇ ਉਹ ਛੁਪ ਜਾਂਦੀਆਂ ਨੇ ਅਤੇ ਜਿਹੜੇ ਪੰਛੀ ਆ ਉਹ ਬਿਲਕੁਲ ਵੀ ਆਵਾਜ਼ਾਂ ਨਹੀਂ ਕਰਦੇ, ਬਿਲਕੁਲ ਵੀ ਚਹਿਚਹਾਉਂਦੇ ਨਹੀਂ ਹਨ। Not only does it conceal the hills, it blankets them in silence too. ਕਿ ਧੁੰਦ ਆਉਣ ਦੇ ਨਾਲ ਜਿਹੜੀਆਂ ਪਹਾੜੀਆਂ ਨੇ ਉਹ ਬਿਲਕੁਲ ਛੁਪ ਹੀ ਨਹੀਂ ਜਾਂਦੀਆਂ। ਕੰਸੀਲ ਦਾ ਮਤਲਬ ਹੁੰਦਾ ਛੁਪਾਉਣਾ, ਕਿ ਇੱਦਾਂ ਲੱਗਦਾ ਹੈ ਕਿ ਸਾਰੀਆਂ ਪਹਾੜੀਆਂ ਦੇ ਉੱਪਰ ਬਲੈਂਕਟ ਦੇ ਦਿੱਤਾ ਹੋਵੇ, ਉਹਨਾਂ ਦੇ ਉੱਪਰ ਰਜ਼ਾਈ ਦੇ ਦਿੱਤੀ ਹੋਵੇ ਧੁੰਦ ਦੀ। Only an hour ago the trees were ringing with bird songs. ਕਿ ਕੁਝ ਘੰਟੇ ਪਹਿਲਾਂ ਹੀ ਸਾਰਿਆਂ ਦਰੱਖਤਾਂ ਦੇ ਉੱਪਰ ਪੰਛੀ ਬੈਠ ਕੇ ਸੌਂਗ ਗਾ ਰਹੇ ਸਨ, ਮਤਲਬ ਕਿ ਚਹਿਚਹਾ ਰਹੇ ਸਨ। ਐਂਡ ਨਾਓ ਦ ਫੋਰੈਸਟ ਇਜ਼ ਡੀਪਲੀ ਐਂਡ ਡੈਡਲੀ ਸਟਿਲ ਐਜ਼ ਥੋ ਇਟ ਵਾਜ਼ ਮਿਡਨਾਈਟ। ਕਿ ਹੁਣ ਸਾਰੇ ਜੰਗਲ ਦੇ ਵਿੱਚ ਬਿਲਕੁਲ ਚੁੱਪ ਛਾ ਗਈ ਹੈ, ਇੰਨੀ ਚੁੱਪ ਜਿੰਨੀ ਕਿ ਅੱਧੀ ਰਾਤ ਨੂੰ ਹੁੰਦੀ ਹੈ। ਥਰੂ ਦ ਮਿਸਟ ਬਿਜੂ ਇਜ਼ ਕਾਲਿੰਗ ਟੂ ਹਿਜ਼ ਸਿਸਟਰ। ਕਿ ਉਸੇ ਧੁੰਦ ਦੇ ਵਿੱਚ ਬਿਜੂ ਜਿਹੜਾ ਹੈ ਉਹ ਆਪਣੀ ਸਿਸਟਰ ਨੂੰ ਬੁਲਾ ਰਿਹਾ ਆ। ਆਈ ਕੈਨ ਹੀਅਰ ਹਿਮ ਰਨਿੰਗ ਅਬਾਊਟ ਔਨ ਦ ਹਿਲ ਸਾਈਡ ਬਟ ਆਈ ਕਾਂਟ ਸੀ ਹਿਮ। ਮੈਂ ਉਹਦੀ ਆਵਾਜ਼ ਤਾਂ ਸੁਣ ਸਕਦਾ ਸੀ ਕਿ ਪਹਾੜੀ ਏਰੀਆ ਵੱਲੋਂ ਆ ਰਹੀ ਹੈ, ਪਰ ਮੈਂ ਉਹਨੂੰ ਦੇਖ ਨਹੀਂ ਸਕਦਾ ਸੀ ਕਿਉਂਕਿ ਚਾਰੇ ਪਾਸੇ ਜਿਹੜੀ ਆ ਉਹ ਧੁੰਦ ਛਾਈ ਹੋਈ ਹੈ। ਇਹ ਵਾਲਾ ਜਿਹੜਾ ਇੰਸੀਡੈਂਟ ਸੀ ਉਹ ਜੂਨ 24 ਦਾ ਸੀਗਾ। ਇਸ ਤੋਂ ਅਗਲਾ ਇੰਸੀਡੈਂਟ ਆ ਜਿਹੜਾ ਹੈ ਉਹ ਜੂਨ 25 ਦਾ ਆ। Some genuine early monsoon rain, warm and humid and not that cold high altitude stuff we have been having all year. ਕਿ ਜਿਹੜੀ ਮੌਨਸੂਨ ਹੈ ਸਮੇਂ ਤੋਂ ਪਹਿਲਾਂ ਆ ਗਈ ਸੀ ਅਤੇ ਚਾਰੇ ਪਾਸੇ ਜਿਹੜੀ ਆ ਉਹ ਹਿਊਮਿਡ ਸੀ। ਹਿਊਮਿਡ ਹੁੰਦਾ ਹੈ ਨਮੀ। ਨੋਟ ਦੈਟ ਕੋਲਡ ਹਾਈ ਐਲਟੀਟਿਊਡ ਸਟੱਫ, ਕਿ ਜ਼ਿਆਦਾ ਠੰਡ ਨਹੀਂ ਸੀ ਜਿਹੜੀ ਕਿ ਸਾਰੇ ਸਾਲ ਹੁੰਦੀ ਹੈ, ਬਟ ਜਿਹੜਾ ਮੌਸਮ ਸੀ ਉਹ ਵਧੀਆ ਲੱਗ ਰਿਹਾ ਸੀ। The plant seems to know it too, and the first cobra lily reared its head from the fence as I walked up to the bank and post office. ਕਿ ਜਦੋਂ ਔਥਰ ਜਿਹੜਾ ਆ ਉਹ ਬੈਂਕ ਜਾਂ ਪੋਸਟ ਆਫਿਸ ਵਾਲੀ ਸਾਈਡ ਨੂੰ ਜਾ ਰਿਹਾ ਸੀ, ਉਦੋਂ ਇਹਨੇ ਇਹ ਗੱਲ ਨੋਟਿਸ ਕੀਤੀ ਕਿ ਜਿਹੜੇ ਪੌਦੇ ਆ ਉਹਨਾਂ ਨੂੰ ਵੀ ਵਾਤਾਵਰਨ ਦੇ ਵਿੱਚ ਜਿਹੜਾ ਚੇਂਜ ਆਇਆ ਆ ਉਹਦਾ ਪਤਾ ਲੱਗ ਗਿਆ ਹੈ। ਕਿਉਂਕਿ ਜਿਹੜਾ ਕੋਬਰਾ ਫਲਾਰ ਸੀਗਾ, ਜਿਹੜਾ ਕਿ ਤੁਹਾਨੂੰ ਇੱਥੇ ਸ਼ੋਅ ਕੀਤਾ ਗਿਆ ਆ, ਇਹ ਕੋਬਰਾ ਫਲਾਰ ਹੈ। ਇਹਨੇ ਜਿਹੜਾ ਆ ਉਹ ਪਹਾੜੀਆਂ ਦੇ ਵਿੱਚੋਂ ਦੀ ਆਪਣਾ ਸਿਰ ਜਿਹੜਾ ਆ ਉਹ ਕੱਢਣਾ ਸ਼ੁਰੂ ਕਰ ਦਿੱਤਾ ਸੀਗਾ ਅਤੇ ਪੋਇਟ ਨੂੰ ਇਹ ਦੇਖ ਕੇ ਲੱਗਿਆ ਕਿ ਹੁਣ ਜਿਹੜੇ ਪੌਦੇ ਆ ਉਹਨਾਂ ਨੇ ਵੀ ਇਹ ਜਿਹੜਾ ਚੇਂਜ ਆ ਉਹਨੂੰ ਨੋਟਿਸ ਕਰਨਾ ਸ਼ੁਰੂ ਕਰ ਦਿੱਤਾ ਆ। ਦ ਮਿਸਟ ਅਫੋਰਡਸ ਅ ਸਰਟਨ
ਪ੍ਰਾਈਵੇਸੀ। ਪ੍ਰਾਈਵੇਸੀ ਹੁੰਦਾ ਜਦੋਂ ਆਪਾਂ ਕੋਈ ਕੰਮ ਇਕੱਲੇ 'ਚ ਕਰਦੇ ਹਾਂ ਅਤੇ ਆਪਾਂ ਨੂੰ ਕੋਈ ਡਿਸਟਰਬ ਨਹੀਂ ਕਰਦਾ। ਅਤੇ ਪੋਇਟ ਕਹਿ ਰਿਹਾ ਅਤੇ ਔਥਰ ਕਹਿ ਰਿਹਾ ਇਸ ਲਾਈਨ ਦੇ ਥਰੂ ਕਿ ਮਿਸਟ ਆਉਣ ਦੇ ਨਾਲ, ਧੁੰਦ ਆਉਣ ਦੇ ਨਾਲ ਸਾਰੇ ਲੋਕ ਜਿਹੜੇ ਆ ਉਹ ਪ੍ਰਾਈਵੇਸੀ ਇੰਜੋਏ ਕਰ ਸਕਦੇ ਸੀ, ਕਿਉਂਕਿ ਚਾਰੇ ਪਾਸੇ ਧੁੰਦ ਛਾਉਣ ਦੇ ਕਰਕੇ ਲੋਕ ਜਿਹੜੇ ਆ ਉਹ ਘਰਾਂ ਤੋਂ ਬਾਹਰ ਘੱਟ ਨਿਕਲਦੇ ਸੀ ਅਤੇ ਆਪਣਾ ਕੰਮ ਜਿਹੜਾ ਆ ਉਹ ਘਰਾਂ ਦੇ ਅੰਦਰ ਰਹਿ ਕੇ ਕਰਨਾ ਪ੍ਰੈਫਰ ਕਰ ਰਹੇ ਸੀ। ਇਸ ਕਰਕੇ ਰਸਤਿਆਂ ਦੇ ਉੱਪਰ, ਰੋਡਸ ਦੇ ਉੱਪਰ ਜ਼ਿਆਦਾ ਟ੍ਰੈਫਿਕ ਨਹੀਂ ਸੀਗਾ ਅਤੇ ਲੋਕ ਜਿਹੜੇ ਆ ਉਹ ਪ੍ਰਾਈਵੇਸੀ ਇੰਜੋਏ ਕਰ ਸਕਦੇ ਸੀ। A schoolboy asked me to describe the hill station and valley in one sentence, and I could say was a paradise that might have been. ਤੇ ਰਸਤੇ ਦੇ ਵਿੱਚ ਔਥਰ ਨੂੰ ਇੱਕ ਲੜਕਾ ਮਿਲਿਆ ਜਿਹੜਾ ਕਿ ਸਕੂਲ ਜਾ ਰਿਹਾ ਸੀ, ਇੱਕ ਸਕੂਲ ਗੋਇੰਗ ਬੋਏ ਸੀਗਾ। ਉਸਨੇ ਔਥਰ ਨੂੰ ਇੱਕ ਕੁਐਸਚਨ ਪੁੱਛਿਆ ਕਿ ਤੁਸੀਂ ਹਿਲ ਸਟੇਸ਼ਨ ਮਤਲਬ ਜਿਹੜੇ ਪਹਾੜੀ ਏਰੀਏ ਹੁੰਦੇ ਨੇ, ਅਤੇ ਵੈਲੀ ਹੁੰਦਾ ਆ ਹਿਲੀ ਏਰੀਆ ਦੇ ਵਿੱਚ ਜਿੱਥੇ ਪਹਾੜੀਆਂ ਹੁੰਦੀਆਂ ਨੇ, ਥੋੜ੍ਹੀ ਜਿਹੀ ਜਗ੍ਹਾ ਸਮਤਲ ਏਰੀਆ ਹੁੰਦਾ, ਪਲੇਨ ਏਰੀਆ ਹੁੰਦਾ ਜਿੱਥੇ ਕਿ ਲੋਕ ਆਪਣੇ ਘਰ ਬਣਾ ਕੇ ਰਹਿੰਦੇ ਨੇ। ਅਤੇ ਉਸ ਬੱਚੇ ਨੇ ਕਿਹਾ ਤੁਸੀਂ ਹਿਲ ਸਟੇਸ਼ਨ ਅਤੇ ਵੈਲੀ ਏਰੀਆ ਨੂੰ ਇੱਕੋ ਸੈਂਟੈਂਸ ਦੇ ਵਿੱਚ ਡਿਸਕਰਾਈਬ ਕਰਨਾ ਹੈ। ਅਤੇ ਔਥਰ ਨੇ ਕਿਹਾ ਪੈਰਾਡਾਈਜ਼ ਹੁੰਦਾ ਸਵਰਗ, ਦੈਟ ਮਾਈਟ ਹੈਵ ਬੀਨ, ਐਸਾ ਸਵਰਗ ਜਿਹੜਾ ਕਿ ਕਦੇ ਇਸ ਧਰਤੀ 'ਤੇ ਹੁੰਦਾ ਸੀ। ਮਤਲਬ ਹੁਣ ਧੁੰਦ ਆਉਣ ਦੇ ਕਰਕੇ ਲੋਕ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ ਹੀ ਰਹਿ ਰਹੇ ਆ ਅਤੇ ਹਿਲ ਸਟੇਸ਼ਨਸ ਨੂੰ ਇੰਜੋਏ ਨਹੀਂ ਕਰ ਰਹੇ, ਉੱਥੇ ਜ਼ਿਆਦਾ ਚਹਿਲ ਪਹਿਲ ਨਹੀਂ ਆ। ਇਸ ਕਰਕੇ ਔਥਰ ਨੇ ਕਿਹਾ ਕਿ ਐਸਾ ਸਵਰਗ ਜਿਹੜਾ ਕਿ ਉੱਥੇ ਕਦੇ ਹੁੰਦਾ ਸੀ। ਇਹ ਇੰਸੀਡੈਂਟ ਜੂਨ 25 ਦਾ ਸੀ ਅਤੇ ਇਸ ਤੋਂ ਅਗਲਾ ਇੰਸੀਡੈਂਟ ਹੈ ਜਿਹੜਾ ਉਹ ਜੂਨ 27 ਦਾ ਹੈ। The rains have hailed the arrival of some seasonal visitors, a leopard and several thousand leeches. Hailed ਹੁੰਦਾ ਆ ਅਨਾਊਂਸਡ, ਕਿ ਜਿਹੜਾ ਇਹ ਬਾਰਿਸ਼ ਹੋਈ ਆ ਇਹਨੇ ਅਨਾਊਂਸਮੈਂਟ ਕਰ ਦਿੱਤੀ ਆ ਕਿ ਕੁਝ ਜਿਹੜੇ ਸੀਜ਼ਨਲ ਵਿਜ਼ਿਟਰ ਨੇ, ਐਸੇ ਵਿਜ਼ਿਟਰ ਜਿਹੜੇ ਕਿ ਸਿਰਫ ਔਰ ਸਿਰਫ ਸੀਜ਼ਨ ਦੇ ਹਿਸਾਬ ਨਾਲ ਆਉਂਦੇ ਨੇ। ਮਤਲਬ ਕਿ ਅਗਰ ਗਰਮੀ ਹੈ ਤਾਂ ਉਹ ਗਰਮੀਆਂ ਦੇ, ਅਗਰ ਜਾਨਵਰ ਨੇ ਤਾਂ ਉਹ ਗਰਮੀਆਂ ਦੇ ਵਿੱਚ ਹੀ ਆਉਣਗੇ, ਅਗਰ ਸਰਦੀਆਂ ਦੇ ਜਾਨਵਰ ਆ ਤਾਂ ਸਰਦੀਆਂ ਵਿੱਚ ਹੀ ਆਉਣਗੇ। ਉਹਨਾਂ ਨੂੰ ਸੀਜ਼ਨਲ ਵਿਜ਼ਿਟਰ ਕਿਹਾ ਜਾਂਦਾ ਹੈ। ਕਿ ਬਾਰਿਸ਼ ਆਉਣ ਦੇ ਨਾਲ ਕੁਝ ਅਨਾਊਂਸਮੈਂਟਸ ਹੋ ਗਈਆਂ ਨੇ, ਮਤਲਬ ਕਿ ਇੰਡੀਕੇਸ਼ਨਸ ਮਿਲ ਗਈਆਂ ਨੇ ਕਿ ਹੁਣ ਜਿਹੜੇ ਆ ਉਹ ਲੈਪਰਡਸ ਵੀ ਆਉਣਗੇ ਅਤੇ ਲੀਚਿਸ ਵੀ ਆਉਣਗੀਆਂ। ਲੀਚਿਸ ਹੁੰਦੀਆਂ ਨੇ ਜੋਕਾਂ, ਜਿਹੜੀਆਂ ਕਿ ਦੂਸਰੇ ਇਨਸਾਨਾਂ ਦੀ ਬੋਡੀ 'ਤੇ ਲੱਗ ਕੇ ਉਹਨਾਂ ਦਾ ਖੂਨ ਚੂਸ ਜਾਂਦੀਆਂ ਨੇ, ਦੈਟ ਇਜ਼ ਕਾਲਡ ਲੀਚਿਸ। ਲੈਪਰਡ ਤੁਹਾਨੂੰ ਪਤਾ ਹੈ ਕਿ ਇੱਕ ਟਾਈਗਰ ਵਰਗਾ ਹੀ ਜਾਨਵਰ ਹੁੰਦਾ ਆ। Yesterday afternoon, the leopard lifted a dog from near the servants' quarter below the school. ਸਕੂਲ ਦੇ ਕੋਲ ਜਿਹੜਾ ਇੱਕ ਸਰਵੈਂਟ ਕੁਆਟਰ ਬਣਿਆ ਹੋਇਆ ਜਿੱਥੇ ਕਿ ਪੀਅਨਸ ਵਗੈਰਾ ਰਹਿੰਦੇ ਹੁੰਦੇ ਆ, ਉੱਥੋਂ ਦੀ ਇੱਕ ਨਿਊਜ਼ ਸੁਣਨ 'ਚ ਆਈ ਆ ਕਿ ਉੱਥੋਂ ਲੈਪਰਡ ਨੇ ਇੱਕ ਕੁੱਤੇ ਨੂੰ ਚੱਕ ਲਿਆ ਸੀ, ਮਤਲਬ ਕਿ ਉਹਨੂੰ ਮਾਰ ਕੇ ਖਾ ਗਿਆ ਸੀ। In the evening it attacked on Biju's cows but fed at the approach of Biju's mother who come screaming imprecations ਹੁੰਦਾ ਹੈ ਕਰਸ, ਜੋ ਆਪਾਂ ਕਿਸੇ ਨੂੰ ਬਦਦੁਆਵਾਂ ਦਿੰਦੇ ਹਾਂ। ਕਿ ਹੁਣ ਉਹਨੇ ਦੁਪਹਿਰ 'ਚ ਤਾਂ ਡੋਗ ਨੂੰ ਖਾ ਲਿਆ ਸੀ, ਸ਼ਾਮ ਦੇ ਟਾਈਮ ਜਦੋਂ ਉਹ ਬਿਜੂ ਦੀਆਂ ਕਾਊਜ਼ ਕੋਲ ਆਇਆ ਉਹਨਾਂ ਦੇ ਉੱਪਰ ਅਟੈਕ ਕਰਨ ਦੇ ਲਈ, ਤਾਂ ਬਿਜੂ ਦੀ ਮਦਰ ਨੇ ਉਹ ਇਹ ਚੀਜ਼ ਨੂੰ ਨੋਟਿਸ ਕਰ ਲਿਆ ਅਤੇ ਉਹ ਬਾਹਰ ਉਹਨੂੰ ਬਦਦੁਆਵਾਂ ਦਿੰਦੀ ਹੋਈ ਭਜਾਉਣ ਆਈ, ਅਤੇ ਉਸ ਕਰਕੇ ਬਿਜੂ ਦੀਆਂ ਜਿਹੜੀਆਂ ਗਾਵਾਂ ਨੇ ਉਹ ਬਚ ਜਾਂਦੀਆਂ ਨੇ। ਐਜ਼ ਫॉर ਦ ਲੀਚਿਸ, ਕਿ ਜਦੋਂ ਆਪਾਂ ਜੋਕਾਂ ਦੀ ਗੱਲ ਕਰਦੇ ਹਾਂ, ਆਈ ਸ਼ੈਲ ਸੂਨ ਗੈਟ ਅਪ ਟੂ ਆ ਲਿਟਲ ਬਲੱਡ ਲੈਟਿੰਗ ਐਵਰੀ ਡੇ, ਕਿ ਇਹ ਜਿਹੜੀਆਂ ਨੇ ਉਹ ਕਿਸੇ ਵੀ ਪੇਸ਼ੈਂਟ ਦੀ ਬੋਡੀ ਦੇ ਉੱਪਰ ਲੱਗ ਜਾਂਦੀਆਂ ਨੇ ਅਤੇ ਸਾਰਾ ਦਿਨ ਉਹਦਾ ਖੂਨ ਚੂਸਦੀਆਂ ਰਹਿੰਦੀਆਂ ਨੇ। ਬਟ ਅਦਰ ਨਿਊ arrivals are the scarlet minivals. The female are yellow, flirting silently among the leaves like bright, brilliant jewels. Scarlet minivals होती हैं वो एक ਉਹ ਹੁੰਦੀਆਂ ਨੇ ਰੈੱਡ ਕਲਰ ਦੀਆਂ ਪੰਛੀ ਜਿਹੜੇ ਕਿ ਛੋਟੇ ਸਾਈਜ਼ ਦੀਆਂ ਹੁੰਦੀਆਂ ਨੇ ਅਤੇ ਉਹ ਪੌਦਿਆਂ ਦੇ ਆਲੇ ਦੁਆਲੇ ਜਾਂ ਦਰੱਖਤਾਂ ਦੇ ਆਲੇ ਦੁਆਲੇ ਇੱਦਾਂ ਘੁੰਮਦੀਆਂ ਰਹਿੰਦੀਆਂ ਨੇਗੀਆਂ, ਉੱਡਦੀਆਂ ਰਹਿੰਦੀਆਂ ਨੇ। ਫਲਿਟਿੰਗ ਹੁੰਦਾ ਹੈ ਫੁਦਕਣਾ, ਇੱਕ ਦਰੱਖਤ ਤੋਂ ਦੂਸਰੇ ਦਰੱਖਤ ਦੇ ਉੱਪਰ ਇੱਦਾਂ ਜੰਪ ਕਰਦੀਆਂ ਰਹਿੰਦੀਆਂ ਅਤੇ ਇੱਦਾਂ ਲੱਗਦਾ ਹੈ ਕਿ ਜਿੱਦਾਂ ਕਿ ਬਹੁਤ ਹੀ ਚਮਕਦਾਰ ਜਿਹੜੀ ਜਵੈਲਰੀ ਆ ਉਹ ਦਰੱਖਤਾਂ ਨੇ ਪਾਈ ਹੋਵੇ। No matter how lofty the trees, these brightly coloured birds cannot conceal themselves. ਕੰਸੀਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹਦਾ ਮਤਲਬ ਹੁੰਦਾ ਹੈ ਛੁਪਾਉਣਾ, ਕਿ ਜਿੰਨੇ ਮਰਜ਼ੀ ਦਰੱਖਤ ਹੋਣ ਲੇਕਿਨ ਇਹਨਾਂ ਦੇ ਬਰਾਈਟ ਕਲਰ ਕਰਕੇ ਇਹ ਆਪਣੇ ਆਪ ਨੂੰ ਕਦੇ ਵੀ ਉਹਨਾਂ ਦਰੱਖਤਾਂ ਦੇ ਵਿੱਚ ਛੁਪਾ ਨਹੀਂ ਪਾਉਂਦੀਆਂ। Although by remaining absolutely silent, they sometimes contrive to go unnoticed, ਕਿ ਕਦੇ ਕਦੇ ਇਹ ਬਿਲਕੁਲ ਚੁੱਪ ਰਹਿ ਕੇ ਆਪਣੇ ਆਪ ਨੂੰ ਛੁਪਾ ਵੀ ਲੈਂਦੀਆਂ ਨੇ। ਕੰਟਰੂਵ ਹੁੰਦਾ ਆ
टू हाइड समथिंग वेरी सक्सैसफुली, कि आप बहुत मुश्किल से किसी चीज़ को छुपा पाते हो, कि बहुत ही मुश्किल नाल ये अपने आप ਨੂੰ ਕਦੇ ਕਦੇ ਲੁਕੋ ਵੀ ਲੈਂਦੀਆਂ ਨੇ ਦਰਖਤਾਂ ਦੇ ਪੱਤਿਆਂ ਦੇ ਵਿੱਚ। ਅਲੋਂਗ ਕਮ ਅ ਪੇਅਰ ਆਫ ਡਰੋਂਗੋਜ਼ ਅਨਨੈਸੈਸਰੀਲੀ ਐਗਰੈਸਿਵ ਚੇਜ਼ਿੰਗ ਦਾ ਮਿਨੀਵੈਲਸ ਅਵੇ। ਡਰੋਂਗੋਜ਼ ਇੱਕ ਹੋਰ ਤਰ੍ਹਾਂ ਦੇ ਬਰਡਸ ਹੁੰਦੇ ਨੇ ਜਿਹੜੇ ਬਹੁਤ ਹੀ ਸਟਾਰਟ ਹੁੰਦੇ ਸਟਰੋਂਗ, ਕਿ ਬਹੁਤ ਹੀ ਮੋਟੀਆਂ ਚਿੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਇਹਨਾਂ ਮਿਨੀਵੈਲਸ ਦੇ ਪਿੱਛੇ ਪਿੱਛੇ ਭੱਜਦੀਆਂ ਰਹਿੰਦੀਆਂ ਨੇ ਅਤੇ ਇਹਨਾਂ ਨੂੰ ਪਰੇਸ਼ਾਨ ਕਰਦੀਆਂ ਰਹਿੰਦੀਆਂ ਨੇ। ਚੇਜ਼ਿੰਗ ਹੁੰਦਾ ਹੈ ਪਰੇਸ਼ਾਨ ਕਰਨਾ, ਆਪਾਂ ਕਿਸੇ ਦੇ ਪਿੱਛੇ ਪੈ ਜਾਂਦੇ ਹਾਂ ਅਤੇ ਉਹਨੂੰ ਵਾਰ ਪਰੇਸ਼ਾਨ ਕਰਦੇ ਰਹਿੰਦੇ ਹਾਂ, ਉਹਨੂੰ ਚੇਜ਼ਿੰਗ ਕਿਹਾ ਜਾਂਦਾ ਹੈ। ਕਿ ਜਿਹੜੀਆਂ ਡਰੋਂਗੋਜ਼ ਨਾਂ ਦੀਆਂ ਚਿੜੀਆਂ ਨੇ ਉਹ ਇਹਨਾਂ ਦੇ ਪਿੱਛੇ ਇੱਦਾਂ ਉੱਡਦੀਆਂ ਰਹਿੰਦੀਆਂ ਅਤੇ ਇਹਨਾਂ ਨੂੰ ਪਰੇਸ਼ਾਨ ਕਰਦੀਆਂ ਨੇ। ਅ ਟਰੀ ਕ੍ਰੀਪਰ ਮੂਵਸ ਰੈਪਿਡਲੀ ਬਾਏ ਦ ਟਰੰਕ ਔਨ ਆਫ ਦਾ ਓਕ ਟਰੀ। ਕ੍ਰੀਪਰ ਹੁੰਦੇ ਨੇ ਜਿਹੜੇ ਕਿ ਦਰਖਤਾਂ ਦੇ ਉੱਪਰ ਚੜ੍ਹਨ ਵਾਲੀਆਂ ਛੋਟੀਆਂ ਛੋਟੀਆਂ ਵੇਲਾਂ ਹੁੰਦੀਆਂ ਨੇ, ਉਹ ਵੀ ਇਸ ਮੌਸਮ ਦੇ ਵਿੱਚ ਬਹੁਤ ਦੇਖੀਆਂ ਜਾਂਦੀਆਂ ਨੇ। ਸਪੈਸ਼ਲੀ ਓਕ ਟਰੀ ਦੇ ਉੱਪਰ ਜ਼ਿਆਦਾ ਵੇਲਾਂ ਜਿਹੜੀਆਂ ਉਹ ਚੜ੍ਹਦੀਆਂ ਨੇ। ਸਨੈਪਸ ਅਪ ਇਨਸਾਈਡ ਆਲ ਦਾ ਵੇ, ਚਾਰੇ ਪਾਸੇ ਜਿਹੜੇ ਆ ਉਹ ਛੋਟੇ ਛੋਟੇ ਕੀੜੇ ਦੇਖੇ ਜਾਂਦੇ ਨੇ। ਨਾਓ ਦੈਟ ਦ ਰੇਨ ਆਰ ਹੇਅਰ, ਹੁਣ ਜਦੋਂ ਕਿ ਬਾਰਿਸ਼ ਹੋ ਰਹੀ ਹੈ, ਦੇਰ ਇਜ਼ ਨੋ ਡਰਾਫਟ ਆਫ ਫੂਡ ਫॉर ਦ ਇਨਸੈਕਟੀਵੇਸ਼ੀਅਸ ਬਰਡਸ। ਇਨਸੈਕਟੀਵੇਸ਼ੀਅਸ ਬਰਡਸ ਹੁੰਦੀਆਂ ਨੇ ਜਿਹੜੀਆਂ ਕਿ ਕੀੜੇ ਖਾ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੀਆਂ ਨੇ। ਡਰਾਫਟ ਆਫ ਫੂਡ ਮਤਲਬ ਕਿ ਕਮੀ ਭੋਜਨ ਦੀ ਉਹਨਾਂ ਲਈ ਬਿਲਕੁਲ ਨਹੀਂ ਹੁੰਦੀ, ਕਿਉਂਕਿ ਬਾਰਿਸ਼ ਦੇ ਮੌਸਮ ਦੇ ਵਿੱਚ ਬਹੁਤ ਸਾਰੇ ਕੀੜੇ ਆ ਜਿਹੜੇ ਉਹ ਆਰਾਮ ਨਾਲ ਦੇਖੇ ਜਾ ਸਕਦੇ ਨੇ। ਇੱਥੇ ਆਪਣਾ ਫਸਟ ਹਾਫ ਕੰਪਲੀਟ ਹੋ ਗਿਆ ਵਾ। ਆਪਾਂ ਸੈਕਿੰਡ ਹਾਫ ਸ਼ੁਰੂ ਕਰਦੇ ਹਾਂ ਜਿਹੜਾ ਕਿ ਅਗਸਤ ਦੇ ਮੰਥ ਵਿੱਚ ਲਿਖਿਆ ਗਿਆ। ਆਲ ਦ ਨਾਈਟ ਦ ਰੇਨ ਹੈਜ਼ ਬੀਨ ਡਰਮਡ ਔਨ ਦ ਕੋਰੈਕਟਡ ਦ ਟਿਨ ਰੂਫ। ਸਾਰੀ ਰਾਤ ਬਾਰਿਸ਼ ਹੁੰਦੀ ਰਹੀ ਔਰ ਉਹ ਟੀਨ ਦੀਆਂ ਜਿਹੜੀਆਂ ਬਣੀ ਹੋਈ ਛੱਤ ਸੀ ਉਹਦੇ ਉੱਪਰ ਪੈਂਦੀ ਰਹੀ ਅਤੇ ਉਹਨੂੰ ਸਾਰੀਆਂ ਆਵਾਜ਼ਾਂ ਉੱਦਾਂ ਹੀ ਸੁਣਾਈ ਦਿੰਦੀਆਂ ਰਹੀਆਂ। ਦੇਰ ਹੈਜ਼ ਬੀਨ ਨੋ ਸਟੋਰਮ ਨੋ ਥੰਡਰ ਜਸਟ ਦ ਸਟੈਡੀ ਸਵਿਚ ਆਫ ਆ ਪ੍ਰੋਪਰ ਡਾਊਨਪੋਰ। ਸਾਰੀ ਰਾਤ ਨਾ ਕੋਈ ਤੂਫਾਨ ਨਹੀਂ ਆਇਆ, ਸਿਰਫ ਔਰ ਸਿਰਫ ਡਾਊਨਪੋਰ ਦੀ ਮਤਲਬ ਨੀਚੇ ਬਾਰਿਸ਼ ਡਿੱਗਣ ਦੀ ਹੀ ਆਵਾਜ਼ ਉਹਨੂੰ ਸੁਣਾਈ ਰਹੀ। ਇਟ ਹੈਲਪਸ ਮੀ ਟੂ ਲਾਈ ਅਵੇ, ਜਿਹਦੇ ਕਰਕੇ ਉਹਨੂੰ ਜਾਗਣ ਦੇ ਵਿੱਚ ਹੈਲਪ ਮਿਲੀ, ਮਤਲਬ ਉਹਨੂੰ ਆਵਾਜ਼ ਆਉਣ ਦੇ ਕਰਕੇ ਪੂਰੀ ਰਾਤ ਨੀਂਦ ਨਹੀਂ ਆਈ। ਐਟ ਦ ਸੇਮ ਟਾਈਮ ਇਟ ਡਜ਼ ਨੋਟ ਕੀਪ ਮੀ ਫਰੋਮ ਦਾ ਸਲੀਪਿੰਗ, ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਉਹ ਬੈੱਡ ਦੇ ਉੱਪਰ ਲੇਟਿਆ ਨਹੀਂ, ਉਹ ਲੇਟਿਆ ਹੋਇਆ ਸੀ ਬਟ ਸੋ ਨਹੀਂ ਸੀ ਰਿਹਾ। ਇਟ ਇਜ਼ ਅ ਗੁੱਡ ਸਾਊਂਡ ਟੂ ਰੀਡ ਬਾਏ, ਇਹ ਆਵਾਜ਼ ਉਹਨੂੰ ਪਸੰਦ ਸੀ। ਦ ਰੇਨ ਆਊਟਸਾਈਡ ਦ ਕੁਆਇਟ ਵਿਦਇਨ ਐਂਡ ਆਲ ਦੋ ਦ ਟਿਨ ਰੂਫਸ ਹੈਵ ਗਿਵਨ ਟੂ ਸਪਰਿੰਗਿੰਗ ਅਨਅਕਾਊਂਟੇਬਲ ਲੀਕਸ ਦੇਰ ਇਜ਼ ਅ ਫੀਲਿੰਗ ਆਫ ਬੀਇੰਗ untouched by and yet in touch with the rain। ਸਾਰੀ ਰਾਤ ਬਾਰਿਸ਼ ਹੁੰਦੀ ਰਹੀ ਬਾਹਰ ਅਤੇ ਉਹਦੇ ਅੰਦਰ ਜਿਹੜਾ ਰੂਮ ਦੇ ਵਿੱਚ ਬਿਲਕੁਲ ਸੰਨਾਟਾ ਸੀ, ਪਰ ਜਿਹੜੀ ਉੱਪਰੋਂ ਟੀਨ ਦੀ ਛੱਤ ਦੇ ਉੱਪਰ ਬਾਰਿਸ਼ ਪੈ ਰਹੀ ਸੀ ਉਹਦੀ ਆਵਾਜ਼ ਕਰਕੇ ਉਹਨੂੰ ਸਾਰੀ ਰਾਤ ਜਿਹੜਾ ਸਾਊਂਡ ਇੰਜੋਏ ਕਰਨ ਨੂੰ ਮਿਲਿਆ। ਅਤੇ ਕਦੇ ਕਦੇ ਉਹਨੂੰ ਜਿਹੜੀ ਬਾਰਿਸ਼ ਆ ਉਹ ਵੀ ਫੀਲ ਹੁੰਦੀ ਸੀ, ਕਿਉਂਕਿ ਜਿਹੜੀ ਛੱਤ ਸੀ ਉਹਦੇ ਉੱਪਰ ਕਿਤੇ ਕਿਤੇ ਲੀਕੇਜ ਹੋਣ ਕਰਕੇ ਉਹਦੇ ਉੱਪਰੋਂ ਛੋਟੀਆਂ ਛੋਟੀਆਂ ਬੂੰਦਾਂ ਨਿਕਲ ਕੇ ਔਥਰ ਦੇ ਉੱਪਰ ਪੈ ਰਹੀਆਂ ਸੀ ਅਤੇ ਉਹ ਰੇਨ ਦੇ ਟੱਚ ਵਿੱਚ ਫੀਲ ਕਰ ਰਿਹਾ ਸੀ ਆਪਣੇ ਆਪ ਨੂੰ। ਨੈਕਸਟ ਹੈ ਅਗਸਤ 3rd, ਦ ਰੇਨ ਸਟੋਪਸ ਦ ਕਲਾਊਡ ਬਿਗੇਨ ਟੂ ਬ੍ਰੇਕ ਅਪ ਦ ਸਨ ਸਟਰਾਈਕ ਦ ਹਿਲ ਔਨ ਮਾਈ ਲੈਫਟ। ਅਤੇ ਹੁਣ ਜਿਹੜੀ 3 ਅਗਸਤ ਨੂੰ ਬਾਰਿਸ਼ ਹੋਣੀ ਬੰਦ ਹੋ ਗਈ ਹੈ ਅਤੇ ਇੱਦਾਂ ਲੱਗਦਾ ਹੈ ਕਲਾਊਡਸ ਦਾ ਬ੍ਰੇਕਅਪ ਹੋ ਗਿਆ ਹੋਵੇ ਅਤੇ ਜਿਹੜਾ ਸੂਰਜ ਆ ਉਹ ਪਹਾੜੀਆਂ ਦੇ ਉੱਪਰ ਸਟਰਾਈਕ ਕਰ ਰਿਹਾ ਹੋਵੇ, ਮਤਲਬ ਕਿ ਆਪਦੀਆਂ ਕਿਰਨਾਂ ਦੇ ਨਾਲ ਅਟੈਕ ਕਰ ਰਿਹਾ ਹੋਵੇ। A woman is chopping up sticks. I hear the tinkle of cowbells. ਜਿਹੜੀ ਵੂਮੈਨ ਆ ਉਹ ਚੌਪ ਕਰ ਰਹੀ ਆ, ਛੋਟੀਆਂ ਛੋਟੀਆਂ ਸਟਿਕਸ ਨੂੰ ਕੱਟ ਰਹੀ ਆ, ਮਤਲਬ ਕਿ ਉਹ ਬਾਲਣ ਬਣਾ ਰਹੀ ਹੋ ਸਕਦੀ ਆ। I hear the tinkle of cowbells, ਕਿ ਹੁਣ ਬਾਰਿਸ਼ ਬੰਦ ਹੋ ਗਈ ਆ ਤਾਂ ਜਿਹੜੀਆਂ ਕਾਊਜ਼ ਨੇਗੀਆਂ ਉਹਨਾਂ ਨੂੰ ਖੇਤਾਂ ਦੇ ਵਿੱਚ ਲਿਜਾਇਆ ਜਾ ਰਿਹਾ ਅਤੇ ਉਹਨਾਂ ਦੇ ਜਿਹੜੇ ਗਲਾਂ ਦੇ ਵਿੱਚ ਟੱਲੀਆਂ ਪਾਈਆਂ ਹੋਈਆਂ ਨੇ ਉਹਨਾਂ ਦੀ ਆਵਾਜ਼ ਜਿਹੜੀ ਆ ਔਥਰ ਨੂੰ ਸੁਣ ਰਹੀ ਆ। In the oak tree a crow shakes the down drops from his feathers and cow discounts so lately। ਕਾਊਜ਼ ਹੁੰਦੇ ਆ ਪੰਜੇ, ਕਿ ਜਿਹੜਾ ਓਕ ਟਰੀ ਸਾਹਮਣੇ ਉਹਦੇ ਘਰ ਦੇ ਹੈਗਾ ਆ ਉਹਦੇ ਉੱਪਰ ਇੱਕ ਕਰੋ ਬੈਠਾ ਹੋਇਆ ਅਤੇ ਆਪਣੇ ਪੰਗਾਂ ਦੇ ਹਿਲਾ ਕੇ ਉਹਨਾਂ ਵਿੱਚ ਜਿਹੜੀ ਰੇਨ ਡਰੋਪਸ ਨੇਗੀਆਂ ਉਹਨਾਂ ਨੂੰ ਨੀਚੇ ਝਾੜ ਰਿਹਾ ਅਤੇ ਆਪਣੇ ਪੰਜਿਆਂ ਨੂੰ ਵੀ ਝਾੜਦਾ ਤਾਂ ਕਿ ਆਪਣੇ ਉੱਪਰੋਂ ਸਾਰੇ ਦਾ ਬਾਰਿਸ਼ ਪਾਣੀ ਉਹ ਨੀਚੇ ਸੁੱਟ ਸਕੇ। ਵਾਟਰ ਡ੍ਰਿਪਸ ਫਰੋਮ ਦ ਲੀਕਿੰਗ drain pipes and suddenly clean and pure, the song of whistling thrush emerges like a dark sweet secret from the depth of the ravine।
ਪਹਿਲਾਂ ਦੇਖੋ ਸਾਰੇ ਪਾਸੇ ਬਿਲਕੁਲ ਸ਼ਾਂਤ ਮਾਹੌਲ ਸੀ, ਕਿਉਂਕਿ ਬਾਰਿਸ਼ ਕਰਕੇ ਕੋਈ ਵੀ ਬਾਹਰ ਨਹੀਂ ਸੀ ਆ ਰਿਹਾ। ਹੁਣ ਬਾਰਿਸ਼ ਰੁਕ ਗਈ ਹੈ ਅਤੇ ਲੋਕ ਆਪੋ ਆਪਣੇ ਕੰਮਾਂ ਦੇ ਉੱਪਰ ਜਾਣਾ ਸ਼ੁਰੂ ਕਰ ਰਹੇ ਨੇ, ਜਿਸ ਕਰਕੇ ਪੋਇਟ ਨੂੰ ਵਧੀਆ ਲੱਗ ਰਿਹਾ। ਉਹਨੂੰ ਲੱਗ ਰਿਹਾ ਕਿ ਜਿੱਦਾਂ ਕੋਈ ਇੱਕ ਸਵੀਟ ਸੀਕਰੇਟ ਓਪਨ ਹੋ ਗਿਆ ਹੋਵੇ ਅਤੇ ਸਾਰੇ ਲੋਕ ਦੁਬਾਰਾ ਤੋਂ ਜੀ ਰਹੇ ਹੋਣ। ਨੈਕਸਟ ਹੈ ਅਗਸਤ 12, ਐਂਡਲੈਸ ਰੇਨ ਐਂਡ ਅ ਪਰਮਾਨੈਂਟ ਮਿਸਟ, ਕਿ ਸਾਰਾ ਹਫ਼ਤਾ ਜਿਹੜਾ ਉਹ ਬਿਨਾਂ ਰੁਕੇ ਬਾਰਿਸ਼ ਹੁੰਦੀ ਰਹੀ ਅਤੇ ਚਾਰੇ ਪਾਸੇ ਸੰਘਣੀ ਧੁੰਦ ਛਾਈ ਹੋਈ ਸੀ। ਵੀ ਹੈਵਨਟ ਸੀਨ ਦ ਸਨ ਫॉर 8 or 9 days, ਸਾਨੂੰ 8-9 ਦਿਨਾਂ ਤੱਕ ਬਿਲਕੁਲ ਵੀ ਸੂਰਜ ਦਿਖਾਈ ਨਹੀਂ ਦਿੱਤਾ। ਐਵਰੀਥਿੰਗ ਡੈਂਪ ਐਂਡ ਸੌਗੀ, ਮਤਲਬ ਕਿ ਚਾਰੇ ਪਾਸੇ ਬਿਲਕੁਲ ਡਾਰਕਨੈਸ ਸੀ, ਕਿਉਂਕਿ ਸੂਰਜ ਨਹੀਂ ਸੀ ਆਇਆ, ਚਾਰੇ ਪਾਸੇ ਹਨੇਰਾ ਛਾਇਆ ਹੋਇਆ ਸੀ ਅਤੇ ਬਹੁਤ ਹੀ ਗੰਦਾ ਜਿਹਾ ਮੌਸਮ ਹੋਇਆ ਸੀ। ਨਾਓ ਵੇਅਰ ਟੂ ਗੋ, ਪੀਸ ਦ ਰੂਮ, ਲੁੱਕ ਆਊਟ ਆਫ ਦ ਵਿੰਡੋ ਐਟ ਅ ਫਿਊ ਬੋਮਬਿੰਗ ਅੰਬਰੇਲਾਸ, ਕਿ ਸਾਰਾ ਦਿਨ ਅਸੀਂ ਘਰ ਵਿੱਚ ਬੈਠੇ ਰਹਿੰਦੇ ਸੀ। ਜਦੋਂ ਵਿੰਡੋ ਖੋਲ੍ਹ ਕੇ ਬਾਹਰ ਦੇਖਦੇ ਸੀ ਸਾਨੂੰ ਸਿਰਫ ਔਰ ਸਿਰਫ ਛਤਰੀਆਂ ਹੀ ਦਿਖਾਈ ਦਿੰਦੀਆਂ ਸੀ। ਐਟ ਲੀਸਟ ਇਟ ਇਜ਼ਨਟ ਨਾਟ ਕੋਲਡ ਰੇਨ, ਕਿ ਬਾਰਿਸ਼ ਹੋ ਰਹੀ ਸੀ ਪਰ ਮੌਸਮ ਜਿਹੜਾ ਆ ਉਹ ਸਰਦੀਆਂ ਵਾਲਾ ਨਹੀਂ ਸੀ। ਦ ਹਿਲ ਸਾਈਡ ਆਰ ਲਸ਼ ਐਜ਼ ਲੇਟ ਮੌਨਸੂਨ ਫਲਾਵਰਸ ਬਿਗਿਨ ਟੂ ਅਪੀਅਰ, ਵਾਈਲਡ ਬੈਲਸਮ, ਡੇਲੀਆਜ਼, ਬੈਗੋਨੀਜ਼ ਐਂਡ ਗਰਾਊਂਡ ਔਰਨਿਚ, ਕਿ ਬਾਰਿਸ਼ ਹੋਣ ਕਰਕੇ ਜਿੱਦਾਂ ਚਾਰੇ ਪਾਸੇ ਜਿਹੜੀ ਆ ਉਹ ਹਰਿਆਲੀ ਹੋ ਗਈ ਸੀ, ਬਹੁਤ ਸਾਰੇ ਫਲਾਵਰ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਸੀ। ਸਾਰੇ ਫਲਾਵਰਸ ਦੇ ਤੁਹਾਨੂੰ ਨਾਮ ਮੈਂਸ਼ਨ ਕੀਤੇ ਗਏ ਆ। August 31, it is the last day of August and the lush monsoon growth has reached its peak, ਕਿ ਅਗਸਤ ਮਹੀਨੇ ਦਾ ਆਖਰੀ ਦਿਨ ਆ ਅਤੇ ਮੌਨਸੂਨ ਜਿਹੜੀ ਆ ਉਹ ਆਪਣੀ ਬਿਲਕੁਲ ਸਿਖਰ 'ਤੇ ਪਹੁੰਚ ਗਈ ਆ। The seeds of cobra lilies are turning red, signify that the rain are coming to an end, ਕਿ ਜਿਹੜਾ ਕੋਬਰਾ ਲਿਲੀ ਪਲਾਂਟ ਸੀ ਉਹਦੇ ਜਿਹੜੇ ਬੀਜ ਨੇ ਉਹ ਰੈੱਡ ਹੋ ਰਹੇ ਨੇ ਅਤੇ ਉਸ ਤੋਂ ਬਾਅਦ ਉਹ ਯੈਲੋ ਹੋ ਜਾਣਗੇ ਅਤੇ ਇਸ ਚੀਜ਼ ਨੂੰ ਰੀਪ੍ਰਜੈਂਟ ਕਰ ਰਹੇ ਨੇ ਕਿ ਬਾਰਿਸ਼ ਜਿਹੜੀ ਆ ਹੁਣ ਖਤਮ ਹੋਣ ਜਾ ਰਹੀ ਹੈ, ਕਿ ਬਾਰਿਸ਼ ਦਾ ਸੀਜ਼ਨ ਜਾਣ ਵਾਲਾ ਹੈ। In a very few days the furnace will start turning yellow, but right now they are still firm green and upright. ਫਰਨਸ ਇੱਕ ਪਲਾਂਟ ਦਾ ਨਾਮ ਹੈ ਕਿ ਉਹ ਵੀ ਹੁਣ ਹੌਲੀ ਹੌਲੀ ਥੋੜ੍ਹੇ ਦਿਨਾਂ ਦੇ ਵਿੱਚ ਪੀਲਾ ਪੈਣਾ ਸ਼ੁਰੂ ਹੋ ਜਾਏਗਾ, ਚਾਹੇ ਕਿ ਹਲੇ ਉਹ ਥੋੜ੍ਹਾ ਗਰੀਨ ਹੈ ਬਟ ਉਹ ਇਸ ਚੀਜ਼ ਨੂੰ ਸ਼ੋਅ ਕਰ ਰਿਹਾ ਕਿ ਹੌਲੀ ਹੌਲੀ ਉਹ ਪੀਲਾ ਪੈ ਜਾਏਗਾ ਅਤੇ ਬਾਰਿਸ਼ ਦਾ ਜਿਹੜਾ ਮੌਸਮ ਹੈ ਉਹ ਖਤਮ ਹੋ ਜਾਏਗਾ। ਗਰਾਊਂਡ ਔਰਨਿਚ, ਮਾਊਚ, ਲੇਡੀਜ਼ slippers and white butterflies orchard put on a fashion display on a grassy slopes of Landors, ਕਿ ਚਾਰੇ ਪਾਸੇ ਹਰਿਆਲੀ ਆ, ਬਹੁਤ ਸਾਰੇ ਫਲਾਵਰਸ ਖਿਲੇ ਹੋਏ ਨੇ ਤਾਂ ਓਬਵੀਅਸ ਹੈ ਫੁੱਲ ਹੋਣਗੇ ਤਾਂ ਤਿਤਲੀਆਂ ਵੀ ਆਉਣਗੀਆਂ, ਕਿ ਉਹਨਾਂ ਦੇ ਉੱਪਰ ਬਹੁਤ ਸਾਰੀਆਂ ਤਿਤਲੀਆਂ ਜਿਹੜੀਆਂ ਆ ਉਹ ਉੱਡ ਰਹੀਆਂ ਨੇ ਅਤੇ ਬਹੁਤ ਸੋਹਣਾ ਡਿਸਪਲੇ ਬਣਿਆ ਹੋਇਆ ਹੈ। ਵਾਈਲਡ ਡੇਲੀਆਸ, ਰੈਡ, ਯੈਲੋ ਐਂਡ ਮਜੈਂਟਾ rear their heads from the rocky creeps where they have ਟੇਕਨ ਹੋਲਡ। ਕਰੀਵਸ ਹੁੰਦੀਆਂ ਨੇ ਜਿੱਦਾਂ ਕਿ ਪਹਾੜੀਆਂ ਦੇ ਵਿੱਚ ਛੋਟੇ ਛੋਟੀਆਂ ਦਰਾੜਾਂ ਪੈ ਜਾਂਦੀਆਂ ਨੇਗੀਆਂ, ਉਹਨਾਂ ਨੂੰ ਕਰੀਕਸ ਕਿਹਾ ਜਾਂਦਾ ਆ, ਕਿ ਉਹਨਾਂ ਦੇ ਵਿੱਚੋਂ ਦੀ ਬਹੁਤ ਸਾਰੇ ਡੇਲੀਆਸ ਨਿਕਲੇ ਹੋਏ ਨੇ, ਕੁਛ ਲਾਲ ਕਲਰ ਦੇ ਨੇ, ਕੁਛ ਪੀਲੇ, ਕੁਛ ਮਜੈਂਟਾ ਕਲਰ ਦੇ, ਆਪਣੇ ਸਿਰ ਜਿਹੜੇ ਉਹ ਬਾਹਰ ਕੱਢ ਰਹੇ ਨੇ, ਮਤਲਬ ਕਿ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਖਿੜੇ ਹੋਏ ਨੇ। ਸਨੇਕਸ ਐਂਡ ਰੋਜਿਨਸ floated out of their holes and burrows take shelters in roofs, attics and godowns, ਕਿ ਸੱਪ, ਰੋਡੈਂਟਸ ਹੁੰਦੇ ਨੇ ਚੂਹੇ ਜਾਂ ਫਿਰ ਹੋਰ ਰੇਂਗਣ ਵਾਲੇ ਜਾਨਵਰ, ਉਹਨਾਂ ਨੇ ਵੀ ਘਰਾਂ ਦੇ ਵਿੱਚ ਸ਼ੈਲਟਰ ਲਿਆ ਹੋਇਆ ਵਾ ਜਾਂ ਫਿਰ ਹੋਲਸ ਦੇ ਵਿੱਚ ਜਾਂ ਫਿਰ ਲੋਕਾਂ ਦੇ ਗੋਡਾਊਨਸ ਦੇ ਵਿੱਚ ਉਹ ਛੁਪੇ ਹੋਏ ਨੇ। ਅ ਸ਼੍ਰਿਊ ਵੀਕ ਆਫ ਆਈਸਾਈਟ ਪਲੰਡਰ ਅਬਾਊਟ ਦ ਰੂਮਸ ਮਚ ਟੂ ਦ ਅਮਿਊਜ਼ਮੈਂਟ ਆਫ ਦ ਚਾਈਲਡ, ਜਿੱਦਾਂ ਘਰਾਂ ਦੇ ਵਿੱਚ ਜਿਹੜੇ ਬੱਚੇ ਆ ਉਹ ਕਿਸੇ ਵੀ ਚੂਹੇ ਨੂੰ ਦੇਖ ਕੇ ਹੁੜਦੰਗ ਮਚਾ ਦਿੰਦੇ ਆ ਅਤੇ ਉਹਨਾਂ ਲਈ ਉਹ ਜਿਹੜਾ ਇੱਕ ਅਮਿਊਜ਼ਮੈਂਟ ਦਾ ਸਮਾਂ ਹੁੰਦਾ ਹੈ। ਸ਼੍ਰਿਊ ਹੁੰਦਾ ਆ ਚੁਕੰਦਰ, ਚੁਕੰਦਰ ਨੂੰ ਇੰਗਲਿਸ਼ ਦੇ ਵਿੱਚ ਸ਼੍ਰਿਊ ਕਿਹਾ ਜਾਂਦਾ ਹੈ। ਡੋਂਟ ਕਿਲ ਇਟ ਐਡਮੋਸਿਸ ਦ ਗ੍ਰੈਂਡਮਦਰ, ਚੁਕੰਦਰਸ ਆਰ ਲੱਕੀ ਦੇ ਬ੍ਰਿੰਗ ਮਨੀ, ਜਦੋਂ ਘਰ ਦੇ ਵਿੱਚ ਚੁਕੰਦਰ ਦੇਖੀ ਜਾਂਦੀ ਹੈ ਤਾਂ ਬੱਚੇ ਰੌਲਾ ਪਾ ਦਿੰਦੇ ਆ ਅਤੇ ਦਾਦੀ ਚਿੱਲਾ ਕੇ ਕਹਿੰਦੀ ਹੈ ਕਿ ਇਹਨੂੰ ਮਾਰੋ ਨਾ, ਇਹਦੇ ਆਉਣ ਨਾਲ ਘਰ ਦੇ ਵਿੱਚ ਪੈਸੇ ਆਉਂਦੇ ਹਨ। And sure enough, I receive a check in mail, not a very large one, but welcome all the same, ਕਿ ਇੱਦਾਂ ਹੀ ਹੋਇਆ ਅਤੇ ਮੈਨੂੰ ਅਗਲੇ ਦਿਨ ਜਿਹੜਾ ਹੈ ਉਹ ਇੱਕ ਚੈੱਕ ਮਿਲਿਆ ਮੇਲ ਦੇ ਥਰੂ, ਚਾਹੇ ਕਿ ਉਹ ਜ਼ਿਆਦਾ ਪੈਸਿਆਂ ਦਾ ਨਹੀਂ ਸੀ ਬਟ ਸਟਿਲ ਮੈਂ ਉਹਨੂੰ ਇੰਜੋਏ ਕੀਤਾ। October 3rd, we have gone straight from monsoon into winter rain, ਕਿ ਹੁਣ ਜਿਹੜੀ ਮੌਨਸੂਨ ਰੇਨ ਤੋਂ ਸਿੱਧਾ ਅਸੀਂ ਸਰਦੀਆਂ ਦੀ ਬਾਰਿਸ਼ ਦੇ ਵਿੱਚ ਐਂਟਰ ਕਰ ਚੁੱਕੇ ਹਾਂ। ਸਨੋ ਐਟ ਹਾਇਰ ਐਟੀਟਿਊਡਸ, ਅਤੇ ਹੁਣ ਜਿਹੜੀ ਆ ਉਹ
बर्फ़बारी शुरू हो चुकी है। आफ्टर एन इवनिंग हिल स्टॉर्म द स्काई एंड द हिल्स आर स्टफ्ड विद द ब्यूटिफुल गोल्डन लाइट। कि शाम ਦੀ ਬਰਫ਼ਬਾਰੀ ਹੋਣ ਤੋਂ ਬਾਅਦ ਅਸਮਾਨ 'ਤੇ ਜਿਹੜੀਆਂ ਪਹਾੜੀਆਂ ਨੇ ਉਹਨਾਂ ਦੇ ਵਿੱਚ ਬਹੁਤ ਹੀ ਸੁਹਾਵਣੀ ਲਾਈਟ ਮਹਿਸੂਸ ਕੀਤੀ ਜਾ ਸਕਦੀ ਹੈ। ਮਤਲਬ ਕਿ ਚਾਰੇ ਪਾਸੇ ਬਰਫ਼ ਪਈ ਹੋਈ ਆ ਅਤੇ ਸੂਰਜ ਆਉਣ ਨਾਲ ਜਿਹੜੀ ਲਾਈਟ ਪੈ ਰਹੀ ਆ ਉਹਦੇ ਕਰਕੇ ਉਹ ਹੋਰ ਜ਼ਿਆਦਾ ਚਮਕ ਰਹੀ ਆ। ਜਨਵਰੀ 26 ਵਿੰਟਰ ਰੇਨਸ ਇਨ ਦ ਹਿਲਸ। ਇਹ ਛੋਟੀ ਜਿਹੀ ਇੱਕ ਪੋਇਮ ਲਿਖੀ ਗਈ ਹੈ ਕਿ ਸਰਦੀਆਂ ਦੀ ਬਾਰਿਸ਼ ਹੋ ਰਹੀ ਆ ਪਹਾੜੀਆਂ ਦੇ ਵਿੱਚ। ਇਨ ਦ ਹਸਟ ਐਂਡ ਸਾਇਲੈਂਸ ਆਫ ਹਾਊਸ ਵੈਨ ਆਈ ਐਮ ਕੁਆਇਟ ਅਲੋਨ ਐਂਡ ਮਾਈ ਫਰੈਂਡ who was here has gone. It is very lonely, very quiet as I sit in a liquid silence, a silence within, surrounded by the rhyme of rain. ਕਿ ਘਰ ਦੇ ਵਿੱਚ ਮੈਂ ਇਕੱਲਾ ਰਹਿ ਰਿਹਾ ਵਾਂ, ਮੈਨੂੰ ਬਹੁਤ ਲੋਨਲੀਨੈਸ ਫੀਲ ਹੋ ਰਹੀ ਹੈ ਕਿਉਂਕਿ ਮੇਰੇ ਨਾਲ ਜਿਹੜਾ ਮੇਰਾ ਦੋਸਤ ਰਹਿ ਰਿਹਾ ਸੀ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਅਤੇ ਘਰ ਵਿੱਚ ਬਿਲਕੁਲ ਸ਼ਾਂਤੀ ਹੈ। ਲਿਕੁਇਡ ਸਾਇਲੈਂਸ ਮਤਲਬ ਕਿ ਬਾਹਰ ਬਰਫ਼ਬਾਰੀ ਹੋ ਰਹੀ ਹੈ ਅਤੇ ਅੰਦਰ ਉਹ ਸ਼ਾਂਤ ਮਾਹੌਲ ਦੇ ਵਿੱਚ ਬੈਠਾ ਹੋਇਆ ਹੈ ਅਤੇ ਸਿਰਫ ਔਰ ਸਿਰਫ ਰੇਨ ਦੀ ਰਾਈਮ ਨੂੰ, ਰੇਨ ਦਾ ਜਿਹੜਾ ਸਾਊਂਡ ਹੈ ਉਹਨੂੰ ਇੰਜੋਏ ਕਰ ਰਿਹਾ। The steady drift of water on leaves, on lemons, on roof, drumming the drenched dahlias and window panes while the mist hold the house in a dark carries. Carries ਹੁੰਦਾ ਹੈ touching or holding lovingly। ਕਿ ਜਿਹੜਾ ਆਥਰ ਹੈ ਉਹ ਬੈਠਾ ਹੋਇਆ ਬਾਰਿਸ਼ ਇੰਜੋਏ ਕਰ ਰਿਹਾ। ਜਦੋਂ ਉਹ ਪੱਤਿਆਂ ਦੇ ਉੱਪਰ ਪੈਂਦੀ ਆ, ਨਿੰਬੂਆਂ ਦੇ ਉੱਪਰ ਪੈਂਦੀ ਆ, ਛੱਤ ਦੇ ਉੱਪਰ ਪੈਂਦੀ ਆ, ਉਹਦੀ ਆਵਾਜ਼ ਨੂੰ ਮਹਿਸੂਸ ਕਰਦਾ ਹੈ। ਵਿੰਡੋ ਪੇਨ ਮਤਲਬ ਕਿ ਜਿਹੜਾ ਵਿੰਡੋ ਦੇ ਵਿੱਚ ਲੱਗਿਆ ਹੋਇਆ ਸ਼ੀਸ਼ਾ ਆ ਉਹਦੇ ਉੱਪਰ ਜਦੋਂ ਬਾਰਿਸ਼ ਪੈਂਦੀ ਆ ਉਹਦੀ ਅਲੱਗ ਤੋਂ ਸਾਊਂਡ ਹੁੰਦੀ ਹੈ। ਉਹਨਾਂ ਸਾਰੇ ਸਾਊਂਡਸ ਨੂੰ ਆਥਰ ਜਿਹੜਾ ਹੈ ਇੰਜੋਏ ਕਰ ਰਿਹਾ। ਐਜ਼ ਆਈ ਪੌਜ਼ ਨੀਅਰ ਅ ਵਿੰਡੋ ਦ ਰੇਨ ਸਟਾਪ ਐਂਡ ਸਟਾਰਟ ਅਗੇਨ। ਕਿ ਜਦੋਂ ਮੈਂ ਖਿੜਕੀ ਦੇ ਕੋਲ ਆਇਆ ਇੱਕਦਮ ਬਾਰਿਸ਼ ਰੁਕ ਗਈ ਪਰ ਥੋੜ੍ਹੇ ਹੀ ਟਾਈਮ ਬਾਅਦ ਦੁਬਾਰਾ ਤੋਂ ਸਟਾਰਟ ਹੋ ਗਈ। ਐਂਡ ਦ ਟਰੀਜ਼ ਨੋ ਲੋਂਗਰ ਗ੍ਰੀਨ ਬਟ ਗ੍ਰੇ ਮਿਨੈਂਸ ਮੀ ਵਿਦ ਦੇਅਰ ਲੋਨਲੀਨੈਸ। ਮਿਨੈਂਸ ਹੁੰਦਾ ਥ੍ਰੈਟਨ, ਡਰਾਉਣਾ। ਕਿ ਜਿਹੜੇ ਟਰੀਜ਼ ਨੇਗੇ ਹੁਣ ਉਹ ਗ੍ਰੀਨ ਨਹੀਂ ਰਹੇ, ਹੁਣ ਉਹ ਗ੍ਰੇ ਹੋ ਚੁੱਕੇ ਨੇ, ਉਹ ਥੋੜ੍ਹੇ ਬਦਲ ਰਹੇ ਨੇ ਮੌਸਮ ਦੇ ਹਿਸਾਬ ਦੇ ਨਾਲ ਅਤੇ ਉਹ ਬਿਲਕੁਲ ਸੁੱਕ ਜਾਣਗੇ ਅਤੇ ਮੈਨੂੰ ਉਹਨਾਂ ਨੂੰ ਦੇਖ ਕੇ ਡਰ ਲੱਗ ਰਿਹਾ ਕਿ ਜਿੱਦਾਂ ਮੈਂ ਬਿਲਕੁਲ ਇਕੱਲਾ ਹਾਂ। ਹੁਣ ਜਿਹੜੇ ਦਰੱਖਤ ਨੇ ਉਹ ਵੀ ਇਕੱਲੇ ਹੋ ਜਾਣਗੇ ਕਿਉਂਕਿ ਉਹਦੇ ਉੱਪਰ ਪੰਛੀ ਨਹੀਂ ਰਹਿਣਗੇ, ਨਾ ਹੀ ਫਰੂਟਸ ਲੱਗਣਗੇ। ਓਕੇ, ਤਾਂ ਉਹਨੂੰ ਆਪਣੇ ਨਾਲ ਕੰਪੇਅਰ ਕਰ ਰਿਹਾ। ਮਾਰਚ 23 ਲੇਟ ਮਾਰਚ ਐਂਡ ਆਫ ਵਿੰਟਰ। ਕਿ ਜਿੱਦਾਂ ਮਾਰਚ ਖਤਮ ਹੋ ਰਹੀ ਹੈ ਉੱਦਾਂ ਉਹਦਾ ਵਿੰਟਰ ਦਾ ਸੀਜ਼ਨ ਵੀ ਖਤਮ ਹੋ ਰਿਹਾ। ਦ ਬਲੈਕੈਸਟ ਕਲਾਊਡ ਆਈ ਹੈਵ ਐਵਰ ਸੀਨ ਸਕੁਐਟਡ ਓਵਰ ਦ ਮਸੂਰੀ ਐਂਡ when it hailed marbles for half an hour, nothing like a hailstone to clear the sky. Even as I write, I see a rainbow forming. ਕਿ ਜਿਹੜੀ ਮਾਰਚ ਆ ਉਹ ਖਤਮ ਹੋਣ ਵਾਲੀ ਹੈ ਅਤੇ ਇਸ ਵਾਲੀ ਸਰਦੀਆਂ ਦੀ ਆਖਰੀ ਬਰਫ਼ਬਾਰੀ ਹੋਈ ਆ। ਚਾਹੇ ਸਿਰਫ ਉਹ ਅੱਧੇ ਘੰਟੇ ਲਈ ਹੀ ਹੋਈ ਆ, ਪੂਰਾ ਕੋਈ ਬਰਫੀਲਾ ਤੂਫਾਨ ਨਹੀਂ ਆਇਆ, ਥੋੜ੍ਹੇ ਟਾਈਮ ਲਈ ਹੋਈ ਆ ਬਰਫ਼ਬਾਰੀ, ਪਰ ਫਿਰ ਵੀ ਉਹ ਉਸ ਨੂੰ ਇੰਜੋਏ ਕਰ ਰਿਹਾ ਹੈ। ਚਾਰੇ ਪਾਸੇ ਕਾਲੇ ਘਣੇ ਬੱਦਲ ਛਾਏ ਹੋਏ ਨੇ ਅਤੇ ਜਦੋਂ ਉਹ ਇਸ ਚੀਜ਼ ਨੂੰ ਲਿਖ ਰਿਹਾ ਸੀ, ਆਪਣੀ ਡਾਇਰੀ ਦੇ ਵਿੱਚ ਨੋਟ ਕਰ ਰਿਹਾ ਸੀ, ਉਦੋਂ ਇੱਕ ਅਸਮਾਨ ਦੇ ਵਿੱਚ ਰੇਨਬੋ ਬਣ ਰਿਹਾ ਸੀ। ਠੀਕ ਹੈ, ਇਹ ਸੀ ਆਪਣਾ ਚੈਪਟਰ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕਲੀਅਰਲੀ ਸਮਝ ਆ ਗਿਆ ਹੋਵੇਗਾ। ਥੈਂਕ ਯੂ ਵੈਰੀ ਮੱਚ।